सतनाम श्री वाहिगुरु साहिब जी। दंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। वाहिगुरु साहिब जियो। सलोक महला पहला। गऊ ब्राह्मण को कर लावो, गोबर तरन न जाई। तोती टिक्का तै जपमाली, तान मलेच्छा खाई। गऊ ब्राह्मण को कर लावो, गोबर तरन न जाई। तोती टिक्का तै जपमाली, तान मलेच्छा खाई। अंतर पूजा पढ़े कतेबा, संजम तुरका भाई। छोड़ी ले पाखंडा, नाम लय जाए तरंदा। महला पहला। मानस खाने करें निवाज, छुरी वगायन तिन गल ताग। तिन घर ब्राह्मण पूरे नाद, ओना भी आवें ओई साध। कूड़ी रास कूड़ा व्यापार, कूड़ बोल करें आहार। शर्म धर्म का डेरा दूर, नानक कूड़ रया भरपूर। मथे टिक्का तेड़ तोती कखाई, हाथ छुरी जगत का साई। नील वस्त्र पहर होए परवान, मलेच्छ धान ले पूजै पुराण। अभाख्या का कुट्ठा बकरा खाना, चौके ऊपर किसे न जाना। देखे चौका कड्डी कार, ऊपर आए बैठे कुड़ियार। मत भिटै वे मत भिटै, ए आने साडा फिटै। तन फिटै फेड़ करे न, मन जूठै चुली भरे न। कहो नानक सच ध्याइयै, सुच होवे तां सच पाइयै। कहो नानक सच ध्याइयै, सुच होवे तां सच पाइयै। वाहिगुरु जी का खालसा, वाहिगुरु जी की फतेह। धन धन सतगुरु श्री गुरु ग्रंथ साहिब महाराज जी की पावन हजूरी विच सुभाएमान गुरु की साध संगत। सतगुरां दा कोटान कोट शुकराना है, जिन्हां ने बख्शिश करके अपने चरणों में बैठण का ये अवसर सानू दिता है। धन धन सतगुरु श्री गुरु नानक देव महाराज जी की महान बाणी श्री आसा की वार दी लड़ीवार विचार आप सरवण कर रहे हो। पिछले समय तक 15वीं पौड़ी तक दी विचार संपूर्ण हुई सी। सतगुरां ने 15वीं पौड़ी तो पहला जिहड़े श्लोक्स ने उन्हां विच बख्शिश करके जो उपदेश दिता सी, भावें उपदेश उस समय दे जिहड़े सनातन धर्म के गुरु ब्राह्मण सन उन्होंने मुखातिब होके कहा गया। जनेऊ पाण की
ਰਸਮ ਦੇ ਸਮੇਂ ਕਿਹਾ ਗਿਆ, ਪਰ ਅਸਲ ਦੇ ਵਿੱਚ ਉਹ ਉਪਦੇਸ਼ ਸਾਰਿਆਂ ਵਾਸਤੇ ਸੀ। ਮਹਾਰਾਜ ਕਹਿੰਦੇ ਨੇ ਧਰਮ ਦੇ ਚਿੰਨ੍ਹ ਬਾਹਰੋਂ ਪਾ ਕੇ ਜੇ ਅੰਦਰੋਂ ਅਧਰਮ ਹੋ ਰਿਹਾ ਹੈ ਤੇ ਉਹ ਪਾਪ ਹੈ, ਪਖੰਡ ਹੈ। ਪਾਂਦੇ ਨੂੰ ਉਪਦੇਸ਼ ਦਿੰਦਿਆਂ ਹੋਇਆ ਮਹਾਰਾਜ ਨੇ ਕਿਹਾ ਸੀ ਕਿ ਇਹ ਜਿਹੜਾ ਜਨੇਊ ਤੁਸੀਂ ਸਰੀਰ ਦੇ ਉੱਤੇ ਪਾਉਂਦੇ ਹੋ, ਇਹ ਕਿਸੇ ਮਾੜੇ ਕਰਮ ਤੋਂ ਤੁਹਾਨੂੰ ਰੋਕਦਾ ਨਹੀਂ। ਤੁਸੀਂ ਕੋਈ ਜਨੇਊ ਆਪਣੀਆਂ ਅੱਖਾਂ ਨੂੰ ਨਹੀਂ ਪਾਇਆ, ਆਪਣੇ ਪੈਰਾਂ ਨੂੰ ਨਹੀਂ ਪਾਇਆ, ਆਪਣੇ ਹੱਥਾਂ ਨੂੰ ਨਹੀਂ ਪਾਇਆ, ਜਿਹੜੇ ਕਿ ਮੰਦੇ ਕਰਮ ਵੱਲ ਚੱਲਣ ਤੋਂ ਰੁਕ ਸਕਣ। ਆਪਣੀਆਂ ਇੰਦਰੀਆਂ ਨੂੰ ਤੁਸੀਂ ਕਾਬੂ ਵਿੱਚ ਨਹੀਂ ਰੱਖ ਸਕਦੇ, ਫਿਰ ਇਹੋ ਜਿਹਾ ਭੇਖ ਕਰਨ ਦੀ ਲੋੜ ਕੀ ਹੈ। ਪੌੜੀ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰਕੇ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਬਿਆਨ ਕੀਤਾ ਕਿ ਅਸਲ ਦੇ ਵਿੱਚ ਜਦੋਂ ਉਹ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਹੀ ਉਹ ਆਪਣੀ ਕਾਰ ਜਿਹੜੀ ਹੈ, ਆਪਣੀ ਸੇਵਾ, ਆਪਣਾ ਸਿਮਰਨ ਕਰਾਉਂਦਾ ਹੈ ਲੋਕਾਂ ਕੋਲੋਂ। ਤੇ ਮਨੁੱਖ ਜਿਹੋ ਜਿਹਾ ਹੁਕਮ ਹੁੰਦਾ ਹੈ ਤੇ ਇਹੋ ਜਿਹਾ ਕੰਮ ਕਰਦਾ ਹੈ। ਅਤੇ ਜਿਹੜੇ ਉਸ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਉਹੀ ਉਸ ਦਾ ਮਹਿਲ ਪ੍ਰਾਪਤ ਕਰਦੇ ਨੇ, ਉਸ ਦੇ ਚਰਨਾਂ ਤੱਕ ਪੁੱਜਦੇ ਨੇ ਅਤੇ ਉਹ ਫਿਰ ਪਰਮਾਤਮਾ ਦੇ ਅਨੁਸਾਰ ਹੀ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ ਅਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਹ ਇੱਜ਼ਤ ਨਾਲ ਜਾਂਦੇ ਨੇ, ਪਤ ਨਾਲ ਜਾਂਦੇ ਨੇ। 15ਵੀਂ ਪੌੜੀ ਤੱਕ ਮਹਾਰਾਜ ਨੇ ਬਖਸ਼ਿਸ਼ ਕਰਕੇ ਉਪਦੇਸ਼ ਸਾਨੂੰ ਕੀਤਾ ਸੀਗਾ। ਅੱਜ 16ਵੀਂ ਪੌੜੀ ਤੋਂ ਪਹਿਲਾਂ ਜਿਹੜੇ 2 ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਉਸ ਸਮੇਂ ਦੇ ਜਿਹੜੇ ਹਾਕਮ ਸਨ, ਉਹਨਾਂ ਦੇ ਜਿਹੜੇ ਅਹਿਲਕਾਰ ਸਨ, ਜਿਹੜੇ ਕਿ ਬਹੁਤਾਇਤ ਦੇ ਵਿੱਚ ਹਿੰਦੂ ਖੱਤਰੀ ਵੀ ਸਨ, ਉਹਨਾਂ ਦੀ ਰਹਿਣੀ ਬਹਿਣੀ ਨੂੰ ਦੇਖ ਕੇ, ਉਹਨਾਂ ਦੇ ਜੀਵਨ ਨੂੰ ਦੇਖ ਕੇ ਮਹਾਰਾਜ ਨੇ ਉਹਨਾਂ ਨੂੰ ਸੰਬੋਧਨ ਕਰਕੇ ਫਿਰ ਇਹ ਉਪਦੇਸ਼ ਕੀਤਾ ਹੈ। ਅਸਲ ਦੇ ਵਿੱਚ ਮਹਾਰਾਜ ਨੇ ਹਰ ਕਿਸੇ ਵਾਸਤੇ ਉਪਦੇਸ਼ ਕੀਤਾ ਹੈ ਕਿ ਮਨੁੱਖ ਨੂੰ ਜਿਹੜੀ ਉਸ ਦੇ ਮਨ ਦੀ ਗੁਲਾਮੀ ਹੈ ਉਸ ਤੋਂ ਬਚਣਾ ਚਾਹੀਦਾ ਹੈ ਅਤੇ ਜਿਹੜਾ ਬੰਦਾ ਮਨ ਕਰਕੇ ਗੁਲਾਮ ਹੈ ਉਹ ਉੱਪਰੋਂ ਭਾਵੇਂ ਧਰਮ ਦਾ ਕਿਤਨਾ ਵਿਖਾਵਾ ਕਰੇ, ਲੋਕਾਂ ਨੂੰ ਆਖੇ ਮੈਂ ਬੜਾ ਧਰਮੀ ਹਾਂ, ਪਰ ਅਸਲ ਦੇ ਵਿੱਚ ਉਹ ਸਭ ਪਖੰਡੀ ਹੀ ਹੈ। ਕਿਉਂਕਿ ਜਿਹੜਾ ਧਰਮੀ ਬੰਦਾ ਹੈ ਉਹ ਭਾਵੇਂ ਤਨ ਕਰਕੇ ਬੰਦਿਸ਼ਾਂ ਦੇ ਵਿੱਚ ਹੋਵੇ, ਪਰ ਮਨ ਕਰਕੇ ਉਹ ਕਦੇ ਵੀ ਗੁਲਾਮੀ ਸਵੀਕਾਰ ਨਹੀਂ ਕਰਦਾ। ਇੱਥੇ ਜਿਨ੍ਹਾਂ ਦਾ ਜ਼ਿਕਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤਾ ਹੈ, ਮਹਾਰਾਜ ਕਹਿੰਦੇ ਨੇ ਕਿ ਉਹ ਮਨ ਕਰਕੇ ਗੁਲਾਮ ਹੋ ਗਏ ਨੇ, ਇਸ ਕਰਕੇ ਉਹਨਾਂ ਦਾ ਧਰਮ ਜਿਹੜਾ ਹੈ ਉਹ ਵੀ ਵਿਖਾਵਾ ਹੋ ਗਿਆ ਹੈ, ਪਖੰਡ ਵੀ ਹੋ ਗਿਆ ਹੈ। ਇਤਿਹਾਸ ਵਿੱਚ ਅਸੀਂ ਵੇਖਦੇ ਹਾਂ ਜਿਹੜੇ ਭਗਤ ਹੋਏ ਨੇ, ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਬੜੇ ਹਿੰਮਤ ਨਾਲ, ਬੜੇ ਠਰਮੇ ਦੇ ਨਾਲ ਜ਼ੁਲਮਾਂ ਦਾ ਮੁਕਾਬਲਾ ਕੀਤਾ ਹੈ। ਭਾਵੇਂ ਉਹਨਾਂ ਨੂੰ ਮੌਤ ਦਾ ਡਰ ਦਿਖਾਇਆ ਗਿਆ, ਪਰ ਉਹਨਾਂ ਨੇ ਕਦੇ ਵੀ ਮਨ ਕਰਕੇ ਗੁਲਾਮੀ ਕਬੂਲ ਨਹੀਂ ਕੀਤੀ। ਭਗਤ ਨਾਮਦੇਵ ਜੀ ਦਾ ਉਦਾਹਰਣ ਸਾਡੇ ਸਾਹਮਣੇ ਹੈ। ਹੁਣ ਦੇਖੋ, ਭਗਤਾਂ ਦੀ ਅਵਸਥਾ ਤੇ ਇੰਨੀ ਉੱਚੀ ਹੈ, ਉਹਨਾਂ ਵਾਸਤੇ ਪਰਮਾਤਮਾ ਦਾ ਨਾਮ ਭਾਵੇਂ ਕੋਈ ਰਾਮ ਰਵੇ, ਭਾਵੇਂ ਕੋਈ ਅੱਲਾ ਰਹੇ, ਕੋਈ ਖੁਦਾ ਲਏ, ਉਸ ਦੇ ਵਿੱਚ ਕੋਈ ਭੇਦ ਨਹੀਂ ਹੈ, ਕਿਉਂਕਿ ਉਹ ਜਾਣਦੇ ਨੇ ਕਿ ਇੱਕੋ ਹੀ ਉਸ ਪਰਮਾਤਮਾ ਦੇ ਸਾਰੇ ਨਾਮ ਨੇ। ਪਰ ਜੋ ਕੁਝ ਉਹਨਾਂ ਦੇ ਜੀਵਨ ਦੀ ਇਸ ਘਟਨਾ ਤੋਂ ਸਾਨੂੰ ਪਤਾ ਲੱਗਦਾ ਹੈ ਉਹ ਇਹ ਹੈ ਕਿ ਉਹਨਾਂ ਦਾ ਉਪਦੇਸ਼ ਹੈ ਕਿ ਮਨ ਕਰਕੇ ਗੁਲਾਮੀ ਸਵੀਕਾਰ ਨਹੀਂ ਕਰਨੀ। ਮੈਂ ਰਾਮ ਰਾਮ ਆਖਦਾ ਹਾਂ, ਜੇ ਕੋਈ ਮੈਨੂੰ ਜ਼ਬਰਦਸਤੀ ਕਹੇ ਅੱਲਾ ਅੱਲਾ ਕਰ, ਤੇ ਮੈਂ ਬਿਲਕੁਲ ਨਹੀਂ ਕਹਾਂਗਾ। ਉਂਝ ਭਾਵੇਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਅੱਲਾ ਦਾ ਜ਼ਿਕਰ ਵੀ ਕੀਤਾ ਹੈ। ਜਦੋਂ ਸਿਕੰਦਰ ਲੋਧੀ ਨੇ
भगत नामदेव जी ने आख्या कि तू राम राम कहना छड़ दे, अल्लाह अल्लाह कर, मुसलमान हो जा। तो भगत जी ने मना कर दिता, कहते नहीं, तेरी ज़बरदस्ती दे नाल मैं अल्लाह अल्लाह नहीं कहांगा। जदों जान ते बन आई तो माँ ने भी आख्या, बेटा की फर्क पैंदा है, राम की थां अल्लाह अल्लाह कर ले, जान ते बच जाएगी। पर भगत नामदेव जी ने कहता कि माँ जे तू इस तरह कहनी है तो ना मैं तेरा पुत्र हाँ, ना तू मेरी माँ है। बाणी दे विच महाराज का, भगत नामदेव जी का अपना ही शब्द है, रुदन करे ना मैं की माए, छोड़ राम की ना जपै खुदाए। तो भगत जी ने अगों जवाब दिता, ना हो तेरा पुंगड़ा ना तू मेरी माए, पिंड पर है तां हर गुण गाए। कहते शरीर भी छड्डना पवे तां भी मैं परमात्मा नूं हरी हरी करके ही जपांगा। पर देखो ये एक बड़ी विस्तृत सोच है, बड़ी डूंगी सोच है। मन की गुलामी स्वीकार नहीं करनी इस करके अल्लाह नहीं कहना, पर जदों अपनी मौज विच आके बाणी उच्चारण करते हैं तो फिर कह देंगे ने, करीमा रहीमा अल्लाह तू गनी, हाजरा हजूर दर पेश तू मनी। कहने में कोई हर्ज नहीं है, पर कोई आखे नहीं जबरदस्ती तू ये कहना है तो नहीं कहना। हुण इत्थे महाराज जिन्हां दा जिक्र कर रहे ने, जेड़े मुसलमान हाकमां दे खतरी एहलकार ने, उन्हां दा की जीवन है, की वो करते हैं। पहला तो महाराज ने ये सानू दस्या है। महाराज बख्शिश करते ने, गऊ ब्राह्मण को कर लावो, गोबर तरन ना जाई। कहते ने एक पासे तो तुसी अपने हाकमां दे कहण दे उत्ते ब्राह्मण नूं अते गां नूं जदों नदी पार करने वास्ते पुल पार करना हुंदा उहदे कोलों कर लैंदे हो, टैक्स लैंदे हो, मसूद लैंदे हो, अते फिर उसे गऊ के गोबर नाल तुसी अपना चौका लिपदे हो कि चौका पवित्र हो जाए मेरा। कहते इस तरह से तुसी नहीं तर सकते। खाली गोबर के चौका लिपण दे नाल बंदा संसार तो तर नहीं सकता। अते विखावा की करते हो तुसी, तोती टिक्का तै जप माली, तान मलेछा खाई। कहते ने धोती भी पाते हो, जिहड़ा तुहाडा बाहर दा पहनावा है वो धर्मिया वाला है, टिक्का भी लगाते हो, जपण वाली माला भी रखते हो। पर तान का इत्थे अर्थ है पदारथ। पदारथ जिहड़े तुसी खांदे हो वो उन्हां दे दित्ते होए ने, जिन्हां नूं तुसी मलेछ आखदे हो। हुण आप जानते होगे कि हिंदू मुसलमानों नूं मलेछ आखदे सन, मुसलमान हिंदुआं नूं काफर आखदे सन। मलेछ का अर्थ हुंदा है जिहड़ा कि मलीन काम करे, मंदे काम करे। कहने तुसी काम तो दिखाते हो कि असीं धर्म दे कर रहे हाँ, पर खांदे उन्हां दा दिता है वो जिन्हां नूं तुसी मलेछ आखदे हो। महाराज कहते ने, अंतर पूजा पढ़े कतेबा, संजम तुरका भाई। कहते घरां दे अंदर बैठ के ते तुसी पूजा करते हो, धर्म ग्रंथ पढ़ते हो, पर जिहड़ा तुहाडा संजम है, तुहाडा रहन सहन है, तुहाडी रहनी है, वो तुरकां वाली हो गई है, मुसलमानां वाली हो गई है। क्योंकि मन करके तुसी उन्हां दे गुलाम हो गए हो। महाराज कहते हैं ये गल कोई चंगी नहीं, ये तो निरा पखंडी है। छोड़ी ले पखंडा, नाम ले जाए तरंदा। कहते ने इहो जिहा पखंड करन दा कोई लाभ नहीं। इस पखंड नूं छड्ड दिओ अते परमात्मा के नाम नाल जुड़ो, क्योंकि वो उस अकाल पुरख का नाम जिहड़ा है वो मनुख नूं शक्ति दिंदा है, मनुख नूं अंदरों इतना स्ट्रोंग कर दिंदा है कि वो फिर जुल्म के सामने झुक के पखंड नहीं करता। वो फिर सच के मार्ग ते तुरदा है अते जो धर्म है, सच्चा धर्म है, उसनों ही अपनाउंदा है। गुरबाणी दे विच महाराज ने बहुत थां दे उत्ते सानू समझाया है
महाराज तो कहते ने छोड़ छोड़ रे पाखंडी मन कपट ना की जाए, हर का नाम नित नित ली जाए। कहते ने जे असल दे विच तू धर्मी बनना है, असल दे विच तू अपना निस्तारा चाहता है, तो फिर उस अकाल पुरख का नाम जिहड़ा है रोज़ लिया कर। पर तुसी करते इस तो उलट रहे हो। महाराज कहते ने पूजा तिलक करत स्नाना, छुरी काट लेवै हथ दाना, वेद पढ़ै मुख मीठी बाणी, जी हाँ कुवत न सकै प्राणी। कहते ने पूजा करते हो, तिलक लगाते हो, मुख तो वेदां की बाणी भी पढ़ते हो, पर मौका मिलन के उत्ते तुसीं जीवां दा घात करन तो भी नहीं हटदे। एक इहो जिहा धर्म है। महाराज ने फिर इन्हां ही खत्रियां नूं मुखातब हो के आख्या सी, खत्रियां तां धर्म छोड़िया मलेच भाख्या गई, शिष्ट सब एक वर्ण होई धर्म की गत रही। कहते ने इन्हां ने उन्हां दी ही रहनी सहनी नूं अपना लिया है, अते सृष्टि दे विच इंज जापदा है जिवें अधर्म ही हो गया है। धर्म की कोई गलबात रह नहीं गई किधरे। महाराज कहते हैं जो परमात्मा का नाम है वही तुहानूं तार सकता है। पखंड छड़ के उस अकाल पुरख का नाम जिहड़ा है उस दे नाल जुड़ो। अगले श्लोक दे विच महाराज बख्शिश कर रहे ने, मानस खाणे करै निवाज, छुरी वगायन तिन गल ताग। कहते ने जिहड़े इस्लाम धर्म नूं मनण वाले हुक्मरान ने, हाकम ने, वैसे तो ये भी अपने आप को धर्मी अखवाउंदे ने, नमाज़ां पढ़ते हैं, रोज़े रखते हैं, पर ये वड्डी दी छुरी दे नाल, दबाव दे नाल, जुल्म दे नाल लोकां दा घात कर रहे हैं। अते जिहड़े इन्हां दे एहलकार ने, खतरी एहलकार ने, वो धागे वाला जनेऊ ते पांदे ने, पर वो भी अपने मन के अंदर ऐसी छुरी रखते हैं किस तरीके दे नाल इन्हां लोकां नूं सताया जाए, इन्हां नूं दुखी किया जाए, इन्हां नूं अपने थल्ले लाया जाए। फिर अगे महाराज कहते हैं कि जिहड़े ब्राह्मण ने उन्हां दा भी कोई बहुत चंगा हाल नहीं। तिन घर ब्राह्मण पूरे नाद, उन्हां भेया मैं होई साध। कहते हैं जो कोई पूजा करावनी हुंदी है तो ये खतरी लोग जिहड़े ने इन्हां ब्राह्मणों नूं अपने घर बुलाउंदे ने, वो आके पूजा करते हैं, संख वजाउंदे ने। नाद का इत्थे अर्थ है संख वजाउंदे ने, अते फिर उन्हां दा दिता होया भोजन भी ग्रहण करते हैं। हुण जो कुछ उन्हां दे घर बन रहा है वो तो सब तुरकां तो आया होया है, जिन्हां नूं मलेच कहंदे ने, उन्हां दा ही दिता होया है। महाराज कहते हैं उन्हां दा खाना ही फिर ये ब्राह्मण भी खा रहे हैं। देखो महाराज ने कितनी डूंघाई तक जाके लोगों के जीवन को जांचिया है अते परखिया है कि यह धर्म क्यों हो रहा है, धर्म तो लोग पासे क्यों हो रहे हैं। महाराज कहते हैं उन्हां भी आवें वही साध। कहते हैं जदों उन्हां दे घरों भोजन करते हैं, रोटी खाते हैं, तो उन्होंने भी फिर वही स्वाद आता है जिहड़ा कि खतरियां नूं आउंदा है मुसलमानों के दिते हुए अनाज के विचों, उन्हां दे दिते हुए पदार्थां दे विचों। महाराज कहते हैं मैं तो ये वेख रहा हाँ, कूड़ी रास कूड़ा व्यापार, कूड़ बोल करें आहार। कहते हैं सारा कार विहार जितना है, जितनी पूंजी है वो सब झूठ हो गई है, कूड़ हो गई है। लोग झूठ ही बोल रहे ने, कूड़ बोल के ही खाना खा रहे ने, कूड़ बोल के ही सारा कार विहार कर रहे ने, झूठ का ही सारा पसारा है। शर्म धर्म का डेरा दूर, नानक कूड़ रहा भरपूर। महाराज कहते हैं इंज जापदा है जिवें शर्म तो चली गई है तो धर्म भी इत्थों उठ गया है। धर्म का डेरा हुण किधरे होर चला गया अते सब थां दे उत्ते कूड़ ही भरपूर हो गया, झूठ का ही राज हो गया। फिर महाराज अगे बख्शिश कर रहे ने, मत्थे टिक्का तेड़ धोती कखाई, हथ छुरी जगत का साई। कहते ने धोती तो इहो जी पाउंदे ने
जिसनों कखाई आख्या गया है, जिहड़ी कि धोती ਲੱਤਾਂ ਦੇ ਵਿੱਚੋਂ ਦੇ ਨਿਕਾਲ ਕੇ ਟੰਗਦੇ ਨੇ। ਪਰ ਕੁਝ ਵਿਦਵਾਨਾਂ ਨੇ ਕਖਾਈ ਦਾ ਅਰਥ ਗੇਰੂਆ ਵੀ ਕੀਤਾ ਹੈ। ਕਹਿੰਦੇ ਨੇ ਧਰਮ ਦਾ ਚਿੰਨ੍ਹ ਮੰਨ ਕੇ ਇਹੋ ਜਿਹੀ ਧੋਤੀ ਪਾ ਕੇ ਅਤੇ ਆਪ ਨੂੰ ਧਰਮੀ ਸਮਝਾਉਂਦੇ ਨੇ, ਪਰ ਹੱਥ ਦੇ ਵਿੱਚ ਉਹਨਾਂ ਦੇ ਜਿਹੜੀ ਛੁਰੀ ਹੈ, ਜਿਸ ਦੇ ਨਾਲ ਇੰਝ ਜਾਪਦਾ ਹੈ ਜਿਵੇਂ ਕਿ ਇਹ ਜਗਤ ਕਸਾਈ ਨੇ, ਜਗਤ ਦੇ ਜੀਵਾਂ ਦਾ ਘਾਤ ਕਰਨ ਵਾਲੇ ਨੇ। ਇਸ ਦਾ ਭਾਵ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਹਰ ਵੇਲੇ ਇਹੀ ਚੱਲਦਾ ਰਹਿੰਦਾ ਹੈ, ਕਿਵੇਂ ਦੂਜਿਆਂ ਨੂੰ ਧੋਖਾ ਦੇ ਕੇ ਧਨ ਇਕੱਠਾ ਕਰੀਏ, ਕਿਵੇਂ ਲੋਕਾਂ ਨੂੰ ਆਪਣੇ ਥੱਲੇ ਦਬਾ ਕੇ ਰੱਖੀਏ, ਗਰੀਬਾਂ ਨੂੰ ਦਬਾ ਕੇ ਰੱਖੀਏ। ਨੀਲ ਬਸਤ ਪੈਰ ਹੋਵੇ ਪਰਵਾਨ, ਮਲੇਚ ਧਾਨ ਲੈ ਪੂਜੈ ਪ੍ਰਾਣ। ਕਹਿੰਦੇ ਨੇ ਕਿ ਫਿਰ ਜਦੋਂ ਆਪਣੇ ਹਾਕਮਾਂ ਦੇ ਦਰਬਾਰ ਵੀ ਜਾਂਦੇ ਨੇ ਤੇ ਜਿਵੇਂ ਉਹਨਾਂ ਦਾ ਹੁਕਮ ਹੈ ਕਿ ਇੱਥੇ ਨੀਲੇ ਵਸਤਰ ਪਾ ਕੇ ਆਉਣਾ ਹੈ। ਤੁਰਕਾਂ ਦਾ ਪਹਿਰਾਵਾ ਉਸ ਵੇਲੇ ਨੀਲਾ ਮੰਨਿਆ ਗਿਆ ਹੈ। ਕਹਿੰਦੇ ਨੇ ਨੀਲੇ ਵਸਤਰ ਪਾ ਕੇ ਆਓਗੇ ਤਾਂ ਹੀ ਤੁਹਾਨੂੰ ਇਜਾਜ਼ਤ ਹੈ ਦਰਬਾਰ ਵਿੱਚ ਆਉਣ ਦੀ, ਤਾਂ ਹੀ ਤੁਸੀਂ ਪ੍ਰਵਾਨ ਹੋ ਇੱਥੇ। ਅਤੇ ਮਹਾਰਾਜ ਕਹਿੰਦੇ ਨੇ ਫਿਰ ਮਰੇਚ ਧਾਨ ਲੈ ਪੂਜੈ ਪ੍ਰਾਣ, ਉਹਨਾਂ ਦਾ ਹੀ ਪਦਾਰਥ ਲੈ ਕੇ ਤੁਸੀਂ ਆਪਣੇ ਪੁਰਾਣਾਂ ਦੀ ਪੂਜਾ ਵੀ ਕਰਦੇ ਹੋ। ਜੋ ਕੋਈ ਧਰਮ ਅਰਚਨਾ ਬੰਦਨਾ ਕਰਦੇ ਹੋ, ਉਹ ਪਦਾਰਥ ਜਿਹੜੇ ਨੇ ਉਹ ਵੀ ਸਾਰੇ ਉਹਨਾਂ ਤੋਂ ਹੀ ਆਉਂਦੇ ਨੇ। ਅਭਾਕਾ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਹਨਾਂ ਦੇ ਬੁਲਾਉਣ ਦੇ ਉੱਤੇ ਤੁਸੀਂ ਉਹਨਾਂ ਦੇ ਘਰ ਵੀ ਚਲੇ ਜਾਂਦੇ ਹੋ। ਅਤੇ ਅਭਾਖਿਆ ਕਹਿੰਦੇ ਨੇ ਜਿਹੜਾ ਕਿ ਕਿਸੇ ਹੋਰ ਭਾਸ਼ਾ ਵਿੱਚ ਕੋਈ ਬੋਲਿਆ ਹੋਇਆ ਮੰਤਰ ਹੈ, ਜਿਸ ਦਾ ਅਰਥ ਇੱਥੇ ਹੈ ਕਲਮਾ। ਜਦੋਂ ਮੁਸਲਮਾਨ ਲੋਕ ਕਿਸੇ ਜੀਵ ਨੂੰ ਹਲਾਲ ਕਰਕੇ ਮਾਰਦੇ ਨੇ, ਉਸ ਵੇਲੇ ਉਹ ਛੁਰੀ ਨਾਲ ਥੋੜ੍ਹਾ ਜਿਹਾ ਉਸ ਨੂੰ ਕੱਟ ਦਿੰਦੇ ਨੇ ਅਤੇ ਫਿਰ ਕਲਮਾ ਪੜ੍ਹਦੇ ਨੇ ਅਤੇ ਉਸ ਨੂੰ ਕਹਿੰਦੇ ਨੇ ਕਿ ਹਲਾਲ ਹੋ ਗਿਆ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਕੁੱਠਾ ਹੁੰਦਾ ਹੈ। ਹਲਾਲ ਜਿਹੜਾ ਹੈ, ਜਿਸ ਨੂੰ ਸਾਡੀ ਰਹਿਤ ਮਰਿਆਦਾ ਦੇ ਵਿੱਚ ਵੀ ਦੱਸਿਆ ਗਿਆ ਹੈ, ਉਹ ਕੁੱਠਾ ਜਿਹੜਾ ਹੈ ਮੁਸਲਮਾਨੀ ਤਰੀਕੇ ਨਾਲ ਬਣਾਇਆ ਗਿਆ ਮਾਸ ਜਿਹੜਾ ਹਲਾਲ ਕੀਤਾ ਗਿਆ, ਉਸ ਨੂੰ ਕੁੱਠਾ ਆਖਿਆ ਗਿਆ ਹੈ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਬਣਾਇਆ ਹੋਇਆ ਜਿਹੜਾ ਬੱਕਰਾ ਹੈ, ਉਸ ਦਾ ਮਾਸ ਤੁਸੀਂ ਉਹਨਾਂ ਦੇ ਘਰ ਜਾ ਕੇ ਖਾਂਦੇ ਹੋ। ਅਤੇ ਫਿਰ ਅੱਗੋਂ ਕਹਿੰਦੇ ਇਹ ਹੋ ਕਿ ਸਾਡਾ ਚੌਕਾ ਇੰਨਾ ਪਵਿੱਤਰ ਹੈ, ਕੋਈ ਵੀ ਸਾਡੇ ਚੌਕੇ ਵਿੱਚ ਨਾ ਆਵੇ। ਜੇ ਕੋਈ ਆ ਗਿਆ ਤਾਂ ਸਾਡਾ ਚੌਕਾ ਜਿਹੜਾ ਹੈ ਪਿੱਟਿਆ ਜਾਵੇਗਾ, ਸਾਡਾ ਚੌਕਾ ਜਿਹੜਾ ਅਪਵਿੱਤਰ ਹੋ ਜਾਵੇਗਾ। ਮਹਾਰਾਜ ਕਹਿੰਦੇ ਨੇ ਕਿਹੋ ਜਿਹਾ ਪਖੰਡ ਹੈ, ਤੁਹਾਡੀ ਰਹਿਣੀ ਕੀ ਹੈ, ਤੁਹਾਡਾ ਅੰਦਰ ਕੀ ਹੈ, ਤੁਹਾਡਾ ਬਾਹਰ ਕੀ ਹੈ। ਚੌਕੇ ਨੂੰ ਤੁਸੀਂ ਪਵਿੱਤਰ ਕਰਦੇ ਹੋ, ਗੋਬਰ ਨਾਲ ਲਿਪ ਕੇ, ਅਤੇ ਫਿਰ ਉਸ ਦੇ ਚਾਰਾਂ ਪਾਸੇ ਇੱਕ ਲਾਈਨ ਖਿੱਚ ਦਿੰਦੇ ਹੋ, ਜਿਸ ਨੂੰ ਕਾਰ ਆਖਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ। ਕਹਿੰਦੇ ਤੁਸੀਂ ਕਹਿੰਦੇ ਹੋ ਇਹ ਲਾਈਨ ਖਿੱਚ ਕੇ, ਕਾਰ ਖਿੱਚ ਕੇ ਮੈਂ ਆਪਣੇ ਚੌਕੇ ਦੀ ਸੀਮਾ ਬਣਾ ਦਿੱਤੀ, ਕੋਈ ਇਸ ਤਰੀਕੇ ਨਾਲ ਇਹ ਸੀਮਾ ਨੂੰ ਲੰਘ ਕੇ ਮੇਰੇ ਚੌਕੇ ਵਿੱਚ ਨਾ ਆਵੇ, ਅਪਵਿੱਤਰ ਨਾ ਕਰੇ। ਪਰ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਅਸਲੀ ਕੁੜਿਆਰ ਤੁਸੀਂ ਹੋ, ਅਸਲੀ ਝੂਠੇ ਤੁਸੀਂ ਹੋ, ਅਸਲੀ ਅਪਵਿੱਤਰ ਤੇ ਤੁਸੀਂ ਹੋ, ਜਿਨ੍ਹਾਂ ਨੇ ਇੱਥੇ ਆ ਕੇ ਸਾਰਾ ਕੁਝ ਅਪਵਿੱਤਰ ਕਰ ਦਿੱਤਾ ਹੈ। ਕੁੜਿਆਰ ਹੋ ਤੁਸੀਂ। ਮਹਾਰਾਜ ਕਹਿੰਦੇ ਨੇ ਮਤ ਬਿਟੈ ਵੇ ਮਤ ਫਿਟੈ, ਮਤ ਬਿਟੈ ਵੇ ਮਤ ਬਿਟੈ, ਇਹ ਅੰਨ ਸਾਡਾ ਫਿਟੈ। ਕਹਿੰਦੇ ਨੇ ਕੋਈ ਨਾ ਆਣਾ ਸਾਡੇ ਚੌਕੇ ਦੇ ਵਿੱਚ, ਕਿਧਰੇ ਸਾਡਾ ਚੌਕਾ ਪਿੱਟ ਨਾ ਜਾਏ, ਪਵਿੱਤਰ ਨਾ ਹੋ ਜਾਏ, ਅਤੇ ਜਿਹੜਾ ਸਾਡਾ ਇਹ ਅੰਨ ਹੈ ਇਹ ਵੀ ਪਵਿੱਤਰ ਨਾ ਹੋ ਜਾਏ। ਪਰ ਮਹਾਰਾਜ ਕਹਿੰਦੇ ਨੇ ਤਨ ਫਿਟੈ ਫੇੜ ਕਰੇਨ, ਮਨ ਝੂਠੈ ਚੁਲੀ ਭਰੇਨ। ਕਹਿੰਦੇ ਨੇ ਅਸਲ ਦੇ ਵਿੱਚ ਤੁਹਾਡੇ ਤਨ ਹੀ ਫਿੱਟੇ ਹੋਏ ਨੇ, ਤੁਹਾਡੇ ਤਨ ਜਿਹੜੇ ਨੇ ਉਹੀ ਪਵਿੱਤਰ ਨੇ, ਅਤੇ ਮਨ ਕਰਕੇ ਤੁਸੀਂ ਜਿਹੜੀਆਂ ਝੂਠੀਆਂ ਚੁੱਲੀਆਂ ਲੈਂਦੇ ਹੋ। ਇੱਥੇ ਮਹਾਰਾਜ ਨੇ ਸ਼ਬਦ ਇਸਤੇਮਾਲ ਕੀਤਾ ਹੈ ਚੁੱਲੀ ਭਰੇਨ। ਅਸਲ ਦੇ ਵਿੱਚ ਇੱਕ ਹੁੰਦਾ ਹੈ ਚੁੱਲੀ ਕਰਨਾ ਅਤੇ ਇੱਕ ਹੁੰਦਾ ਹੈ ਚੁੱਲੀ ਭਰਨਾ। ਚੁੱਲੀ ਕਰਨਾ ਹੁੰਦਾ ਹੈ ਮੂੰਹ ਵਿੱਚ ਪਾਣੀ ਪਾ ਕੇ ਫਿਰ ਉਸ ਨੂੰ ਕੱਢ ਦੇਣਾ, ਅਤੇ ਚੁੱਲੀ ਭਰਨਾ ਹੁੰਦਾ ਹੈ ਕਿ ਹੱਥ ਵਿੱਚ ਪਾਣੀ ਲੈ ਕੇ ਕੋਈ ਪ੍ਰਣ ਕਰਨਾ, ਕੋਈ ਪ੍ਰਤਿੱਗਿਆ ਕਰਨੀ, ਕੋਈ ਗੱਲ ਆਪਣੇ ਮਨ ਦੀ ਜਿਹੜੀ ਹੈ
ਉਹ ਕਰਨੀ ਕਿ ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗਾ, ਇਸ ਤਰ੍ਹਾਂ ਨਹੀਂ ਕਰਾਂਗਾ। ਇਹਨੂੰ ਚੁੱਲ੍ਹੀ ਭਰਨਾ ਆਖਿਆ ਗਿਆ ਹੈ। ਤੇ ਕੁਝ ਵਿਦਵਾਨਾਂ ਨੇ ਇਹੀ ਮਤ ਇੱਥੇ ਜ਼ਾਹਿਰ ਕੀਤਾ ਹੈ ਕਿ ਮਹਾਰਾਜ ਕਹਿ ਰਹੇ ਨੇ ਕਿ ਤੁਸੀਂ ਐਸੇ ਤੇ ਤਨ ਕਰਕੇ ਪਵਿੱਤਰ ਹੋ, ਮਨ ਕਰਕੇ ਪਵਿੱਤਰ ਹੋ, ਪਰ ਤੁਸੀਂ ਝੂਠੀਆਂ ਚੁੱਲ੍ਹੀਆਂ ਭਰਦੇ ਹੋ, ਝੂਠੀਆਂ ਕਸਮਾਂ ਖਾਂਦੇ ਹੋ, ਝੂਠੀਆਂ ਸੌਗੰਧਾਂ ਖਾਂਦੇ ਹੋ। ਪਰ ਮਹਾਰਾਜ ਅਖੀਰ ਵਿੱਚ ਕਹਿ ਰਹੇ ਨੇ, ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੇ ਤਾਂ ਸੱਚ ਪਾਈਐ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਧਰਮ ਦੀ ਪਾਲਣਾ ਨਹੀਂ ਹੁੰਦੀ। ਉਸ ਅਕਾਲ ਪੁਰਖ ਨੂੰ ਜੇ ਪ੍ਰਾਪਤ ਕਰਨਾ ਹੈ, ਜੇ ਉਸ ਨੂੰ ਮਿਲਣਾ ਹੈ, ਤੇ ਉਸ ਦੀ ਆਰਾਧਨਾ ਕਰਨ ਵਾਸਤੇ ਪਹਿਲਾਂ ਸੱਚਾ ਹੋਣਾ ਪਏਗਾ। ਇਸ ਤੁਕ ਦੇ ਜਿਹੜੇ ਅਰਥ ਨੇ ਉਹ ਵੀ ਵਿਦਵਾਨਾਂ ਨੇ ਦੋ ਤਰੀਕੇ ਨਾਲ ਕੀਤੇ ਨੇ। ਕੁਝ ਵਿਦਵਾਨਾਂ ਦਾ ਮਤ ਹੈ ਕਿ ਪਹਿਲਾਂ ਸੁੱਚੇ ਹੋਵਾਂਗੇ ਤਾਂ ਹੀ ਉਹ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ, ਉਸ ਦੀ ਆਰਾਧਨਾ ਕਰ ਸਕਦੇ ਹਾਂ। ਪਰ ਕੁਝ ਵਿਦਵਾਨ ਕਹਿੰਦੇ ਨੇ ਸੁੱਚ ਹੋਵੇ ਤਾਂ ਹੀ ਸੁੱਚਾ ਹੋਇਆ ਜਾ ਸਕਦਾ ਹੈ, ਜੇ ਕਿ ਉਸ ਅਕਾਲ ਪੁਰਖ ਨਾਲ ਜੁੜੀਏ, ਉਹ ਸਚਿਆਰ ਨਾਲ ਜੁੜੀਏ। ਸਚਿਆਰ ਨਾਲ ਜੁੜ ਕੇ ਹੀ ਸੁੱਚਾ ਹੋਇਆ ਜਾ ਸਕਦਾ ਹੈ। ਸਾਧ ਸੰਗਤ ਜੀ, ਮਹਾਰਾਜ ਜੋ ਇਹ ਗਿਆਨ ਸਾਨੂੰ ਦੇ ਰਹੇ ਨੇ, ਜੋ ਉਸ ਸਮੇਂ ਦਾ ਹਾਲਾਤ ਸਾਨੂੰ ਦੱਸ ਰਹੇ ਨੇ, ਅੱਜ ਵੀ ਕੋਈ ਬਹੁਤੇ ਵੱਖਰੇ ਨਹੀਂ ਹੈ। ਹਾਲਾਤ ਅਜੇ ਵੀ ਉਹੀ ਨੇ, ਲੋਕੀ ਅਜੇ ਵੀ ਅੰਦਰੋਂ ਬਾਹਰੋਂ ਵੱਖਰੇ ਨੇ, ਧਰਮ ਦੀ ਹਾਲਤ ਅਜੇ ਵੀ ਉਹੀ ਹੈ। ਪਰ ਇਹ ਸਾਨੂੰ ਸੁਚੇਤ ਕਰਨ ਵਾਸਤੇ ਮਹਾਰਾਜ ਨੇ ਗਿਆਨ ਦਿੱਤਾ ਹੈ। ਅਸੀਂ ਸੁਚੇਤ ਰਹੀਏ, ਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਸੀਂ ਕਿਸੇ ਭੁਲੇਖੇ ਵਿੱਚ ਨਾ ਪਈਏ, ਕੋਈ ਸਾਨੂੰ ਧਰਮ ਦੀ ਜਿਹੜੀ ਪਰਿਭਾਸ਼ਾ ਹੈ ਗਲਤ ਤਰੀਕੇ ਦੇ ਨਾਲ ਨਾ ਸਮਝਾਵੇ। ਬਾਹਰ ਦਾ ਜਿਹੜਾ ਪਹਿਰਾਵਾ ਹੈ, ਬਾਹਰ ਦੇ ਜਿਹੜੇ ਧਰਮ ਦੇ ਚਿੰਨ੍ਹ ਨੇ, ਉਹਨਾਂ ਨੂੰ ਵੇਖ ਕੇ ਕੋਈ ਭੁਲੇਖੇ ਵਿੱਚ ਨਾ ਪਵੇ। ਅਸੀਂ ਆਪਣਾ ਜੀਵਨ ਬਣਾਉਣਾ ਹੈ ਅੰਦਰੋਂ ਬਾਹਰੋਂ ਇੱਕੋ ਜਿਹਾ। ਅੰਦਰੋਂ ਕੁਝ ਹੋਰ ਹੋਣਾ, ਬਾਹਰੋਂ ਕੁਝ ਹੋਰ ਹੋਣਾ। ਭਾਵੇਂ ਅਸੀਂ ਸੋਚੀਏ ਦੁਨੀਆ ਨੂੰ ਧੋਖਾ ਦੇ ਰਹੇ ਹਾਂ, ਪਰ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਾਂ। ਅਸੀਂ ਦੁਨੀਆ ਨੂੰ ਭਾਵੇਂ ਵਿਖਾਵੇ ਨਾਲ ਧਰਮੀ ਸਮਝਾਈਏ ਕਿ ਅਸੀਂ ਬੜੇ ਧਰਮੀ ਹਾਂ, ਪਰ ਜੇ ਸਾਡੇ ਅੰਦਰ ਧਰਮ ਨਹੀਂ ਹੈ ਤੇ ਫਿਰ ਇਹ ਸਾਡੇ ਵਾਸਤੇ ਹੀ ਬੜਾ ਘਾਤਕ ਹੈ। ਅਸੀਂ ਕਿਧਰੇ ਨਹੀਂ ਪੁੱਜ ਸਕਦੇ। ਸਾਡਾ ਜੀਵਨ ਜਿਹੜਾ ਹੈ ਉਹ ਵਿਅਰਥ ਚਲਾ ਜਾਏਗਾ, ਤੇ ਫਿਰ ਸਾਡਾ ਹਸ਼ਰ ਕੀ ਹੁੰਦਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇਹੋ ਜਿਹੇ ਲੋਕਾਂ ਵਾਸਤੇ ਪਤਾ ਕੀ ਆਖਿਆ ਹੈ ਕਿ ਜਿਹੜੇ ਲੋਕ ਧਰਮ ਦਾ ਵਿਖਾਵਾ ਕਰਦੇ ਨੇ, ਧਰਮ ਦਾ ਵਿਖਾਵਾ ਕਰਕੇ ਲੋਕਾਂ ਨੂੰ ਪਿੱਛੇ ਲਾਉਂਦੇ ਨੇ, ਉਹ ਫਿਰ ਅੰਤ ਸਮੇਂ ਜਿਹੜਾ ਨੇ ਕਾਤੀ ਕੱਢਦੇ ਨੇ। ਦੇਖ ਦਿਖਾਏ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਟੀ ਕਟਿਓ, ਬਾਸ ਨਰਕ ਮੈਂ ਲੀਨ। ਸੋ ਮਹਾਰਾਜ ਨੇ ਇਹ ਉਪਦੇਸ਼ ਸਾਨੂੰ ਦਿੱਤਾ ਹੈ। ਅਸੀਂ ਗੁਰੂ ਦੇ ਉਪਦੇਸ਼ ਨੂੰ ਸਮਝੀਏ, ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਅਸੀਂ ਅੰਦਰੋਂ ਚੇਤਨ ਹੋਈਏ, ਅਸੀਂ ਅੰਦਰੋਂ ਸਿਆਣੇ ਬਣੀਏ ਕਿ ਜੇ ਦੂਜਿਆਂ ਵਾਸਤੇ ਇਹ ਉਪਦੇਸ਼ ਹੈ ਤੇ ਸਾਡੇ ਵਾਸਤੇ ਵੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਨੇ ਸਾਰੀ ਦੁਨੀਆ ਦਾ ਭ੍ਰਮਣ ਕੀਤਾ, ਥਾਂ ਥਾਂ 'ਤੇ ਗਏ, ਦੇਖਿਆ ਲੋਕੀ ਕੀ ਕਰ ਰਹੇ ਨੇ, ਦੁਨੀਆ ਵਿੱਚ ਕੀ ਹੋ ਰਿਹਾ ਹੈ। ਪਰ ਮਹਾਰਾਜ ਦਾ ਉਪਦੇਸ਼ ਤੇ ਸਾਰਿਆਂ ਵਾਸਤੇ ਸਾਂਝਾ ਸੀਗਾ। ਜੇ ਬਗਦਾਦ ਗਏ ਨੇ ਤੇ ਉੱਥੇ ਜਾ ਕੇ ਵੀ ਮਹਾਰਾਜ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਹੈ। ਜਦੋਂ ਪੁੱਛਿਆ ਹੈ ਉੱਥੇ ਕਾਜ਼ੀਆਂ ਨੇ ਕਿ ਹਿੰਦੂ ਚੰਗਾ ਕਿ ਮੁਸਲਮਾਨੋਈ, ਹਿੰਦੂ ਚੰਗਾ ਹੈ ਕਿ ਮੁਸਲਮਾਨ ਚੰਗਾ ਹੈ, ਤੇ ਮਹਾਰਾਜ ਕਹਿੰਦੇ ਨੇ ਸ਼ੁਭ ਅਮਲਾ ਮਾਜੋ ਦੋਨੋਂ ਰੋਈ। ਕਹਿੰਦੇ ਨੇ ਜੇ ਤੁਹਾਡੇ ਅਮਲ ਚੰਗੇ ਨਹੀਂ, ਤੁਹਾਡੇ ਕੰਮ ਚੰਗੇ ਨਹੀਂ, ਤੁਹਾਡੀ ਰਹਿਣੀ ਚੰਗੀ ਨਹੀਂ, ਤੇ ਫਿਰ ਤੁਹਾਡਾ ਜੀਵਨ ਜਿਹੜਾ ਹੈ ਸਮਝ ਲਓ ਰੋਣਾ ਹੈ, ਕੋਈ ਵੀ ਚੰਗਾ ਨਹੀਂ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ, ਅਸੀਂ ਵੀ ਆਪਣੇ ਜੀਵਨ ਨੂੰ ਉਹਨਾਂ ਦੇ ਹੁਕਮ ਅਨੁਸਾਰ ਢਾਲੀਏ, ਅਸੀਂ ਵੀ ਆਪਣੇ ਜੀਵਨ ਨੂੰ ਨਿਰਮਲ ਬਣਾਈਏ। ਗੁਰਬਾਣੀ ਦਾ ਸੰਪੂਰਨ ਉਪਦੇਸ਼, ਸਤਿਗੁਰ ਦਾ ਸੰਪੂਰਨ ਉਪਦੇਸ਼ ਜਿਹੜਾ ਹੈ ਇਸੇ ਹੀ ਵਾਸਤੇ ਹੈ। ਇਹ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਇਸ ਨੂੰ ਅਸੀਂ ਕਿਵੇਂ ਸਫਲ ਕਰਨਾ ਹੈ। ਇਸ ਮਨੁੱਖਾ ਜਨਮ ਦੇ ਵਿੱਚ ਜੀਵਨ ਨੂੰ ਨਿਰਮਲ ਬਣਾ ਕੇ ਅਸੀਂ ਉਸ ਅਕਾਲ ਪੁਰਖ ਦੇ ਮਾਰਗ 'ਤੇ ਤੁਰ ਸਕਦੇ ਹਾਂ। ਨਹੀਂ ਤੇ ਸਾਡਾ ਜੀਵਨ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਧੋਖੇ ਦੇ ਵਿੱਚ, ਪਖੰਡ ਦੇ ਵਿੱਚ ਅਤੇ ਵਿਖਾਵੇ ਦੇ ਵਿੱਚ ਲੰਘ ਜਾਏਗਾ, ਤੇ ਅਖੀਰ ਵਿੱਚ ਸਾਡੇ ਸਿਰਫ ਪਛਤਾਵਾ ਲੱਗੇਗਾ, ਅਸੀਂ ਮੰਜ਼ਿਲ 'ਤੇ ਨਹੀਂ ਪੁੱਜ ਸਕਾਂਗੇ। ਸੋ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੇ ਗਿਆਨ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਵਸਾਣ, ਤਾਂ ਕਿ ਸਾਡਾ ਗੁਰਦੁਆਰੇ ਆਇਆ ਸਫਲ ਹੋਵੇ,
ਗੁਰਬਾਣੀ ਪੜ੍ਹਨੀ ਸਫਲ ਹੋਵੇ, ਗੁਰੂ ਉਪਦੇਸ਼ ਨੂੰ ਸੁਣਿਆ ਸਫਲ ਹੋਵੇ। ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸਾਰਿਆਂ ਦੇ ਘਰਾਂ ਵਿੱਚ ਨਾਮ ਬਾਣੀ ਦਾ ਵਾਸ ਪਾਉਣ, ਸਾਰਿਆਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੀ ਮਹਾਰਾਜ ਬਖਸ਼ਿਸ਼ ਕਰਨ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।